ਸਤਿਨਾਮ ਕਰਤਾ ਪੁਰਖ ਨਿਰਭਉ ਨਿਰਵੈਰ ਅਕਾਲ ਮੂਰਤ ਅਜੂਨੀ ਸੈਭੰ ਗੁਰ ਪ੍ਰਸਾਦ। ਗਿਆਨ ਧਿਆਨ ਕਿਛ ਕਰਮ ਨਾ ਜਾਣਾ, ਨਾਹਿ ਨ ਨਿਰਮਲ ਕਰਨੀ। ਸਾਧ ਸੰਗਤ ਕੇ ਅੰਚਲ ਲਾਵੋ, ਬਿਖਮ ਨਦੀ ਜਾਏ ਤਰਨੀ। ਸਾਧ ਸੰਗਤ ਕੇ ਅੰਚਲ ਲਾਵੋ, ਬਿਖਮ ਨਦੀ ਜਾਏ ਤਰਨੀ। ਸਤਿਨਾਮ ਵਾਹਿਗੁਰੂ ਸਾਹਿਬ ਜੀਓ। ਸੂਹੀ ਮਹਲਾ ਪੰਜਵਾਂ, ਦਰਸ਼ਨ ਕੋ ਲੋਚੈ ਸਭ ਕੋਈ। ਪੂਰੇ ਭਾਗ ਪ੍ਰਾਪਤ ਹੋਈ। ਦਰਸ਼ਨ ਕੋ ਲੋਚੈ ਸਭ ਕੋਈ। ਪੂਰੇ ਭਾਗ ਪ੍ਰਾਪਤ ਹੋਈ। ਰਹਾ ਸਿਆਮ ਸੁੰਦਰ ਤਜ ਨੀਂਦ ਕਿਉਂ ਆਈ। ਮਹਾਮੋਹਨੀ ਦੂਤਾਂ ਲਾਈ। ਪ੍ਰੇਮ ਵਿਛੋਹਾ ਕਰਤ ਕਸਾਈ। ਨਿਰਦੈ ਜੰਤ ਤਿਸ ਦਇਆ ਨ ਪਾਈ। ਅਨੇਕ ਜਨਮ ਬੀਤੀਅਨ ਫਰਮਾਈ। ਘਰ ਵਾਸ ਨ ਦੇਵੈ ਦੁਤਰ ਮਾਈ। ਦਿਨ ਰੈਣ ਆਪਣਾ ਕੀਆ ਪਾਈ। ਕਿਸ ਦੋਸ ਨ ਦੀਜੈ ਕਿਰਤ ਪਵਾਈ। ਸੁਣ ਸਾਜਨ ਸੰਤ ਜਨ ਭਾਈ। ਚਰਨ ਸ਼ਰਨ ਨਾਨਕ ਗਤ ਪਾਈ। ਸੁਣ ਸਾਜਨ ਸੰਤ ਜਨ ਭਾਈ। ਚਰਨ ਸ਼ਰਨ ਨਾਨਕ ਗਤ ਪਾਈ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਜੁਗੋ ਜੁਗ ਅਟਲ ਸ਼ਬਦ ਸਤਿਗੁਰੂ ਧੰਨ ਧੰਨ ਗੁਰੂ ਗ੍ਰੰਥ ਸਾਹਿਬ ਜੀ। ਦਾਤਾਰ ਪਿਤਾ ਅਕਾਲ ਪੁਰਖ ਵਾਹਿਗੁਰੂ ਜੀਆਂ ਦੀ ਅਪਰ ਅਪਾਰ ਮਿਹਰਾਮਤ ਹੈ। ਸ਼ਾਮ ਸਮੇਂ ਅਸੀਂ ਗੁਰਬਾਣੀ ਦੇ ਇਸ ਮਾਹੌਲ ਨੂੰ ਭਾਵੇਂ ਦੂਰ ਦਰਾਜ਼ ਘਰਾਂ ਥਾਵਾਂ 'ਤੇ ਬੈਠੇ ਟੈਲੀਵਿਜ਼ਨ ਰਾਹੀਂ, ਸੋਸ਼ਲ ਮੀਡੀਆ ਰਾਹੀਂ ਮਾਣ ਪਾ ਰਹੇ ਹਾਂ। ਪਰ ਇਹ ਨਵਾਜ਼ਿਸ਼ ਹੈ ਅਕਾਲ ਪੁਰਖ ਵਾਹਿਗੁਰੂ ਦੀ ਜੀਵਨ ਦੀਆਂ ਘੜੀਆਂ ਨੇ ਤੇ ਉਹਨਾਂ ਦੇ ਵਿੱਚ ਬਾਣੀ ਦਾ ਆਵੇਸ਼ ਹੋ ਰਿਹਾ ਹੈ। ਅਜੇ ਹੁਣੇ
ਹਰੀ ਜਸ ਕੀਰਤਨ ਅਸੀਂ ਸੁਣ ਰਹੇ ਸੀ। ਅਗਲੇਰਾ ਸਮਾਂ ਗੁਰਸ਼ਬਦ ਵਿਆਖਿਆਨ ਦਾ ਹੈ, ਜਿਸ ਵਿੱਚ ਸੂਹੀ ਰਾਗ ਵਿਚਾਰ ਗੋਚਰੇ ਹੈ। ਗੁਰੂ ਅਰਜਨ ਪਾਤਸ਼ਾਹ ਦੁਆਰਾ ਉਚਰਿਤ ਕੀਤੇ ਗਏ ਬਚਨ ਅਸੀਂ ਮੁਸਲਸਲ ਵਿਚਾਰ ਰਹੇ ਹਾਂ। ਆਪ ਜੀ ਨੇ ਅਗਲੇਰਾ ਸ਼ਬਦ ਇਸ ਪਾਵਨ ਬਾਣੀ ਵਿੱਚੋਂ ਸਰਵਨ ਕਰ ਲਿਆ। ਵਿਚਾਰ ਦਾ ਆਗਾਜ਼ ਕਰਦੇ ਹਾਂ ਮੁੱਖ ਸੁਨੇਹੇ ਤੋਂ ਰਹਾਉ ਦਾ ਬੰਧ, ਜੋ ਕਿ ਪਹਿਲਾ ਹੀ ਪਦਾ ਹੈ। ਤੇ ਸਾਹਿਬ ਜ਼ਿਕਰ ਕਰਦੇ ਨੇ, ਦਰਸ਼ਨ ਕੋ ਲੋਚੈ ਸਭ ਕੋਈ, ਪੂਰਾ ਭਾਗ ਪ੍ਰਾਪਤ ਹੋਈ। ਰਹਾਉ, ਦਰਸ਼ਨ ਕੋ ਲੋਚੈ ਸਭ ਕੋਈ। ਪਰਟੀਕੂਲਰਲੀ ਇਸ ਲਾਈਨ ਨੂੰ ਜੇ ਅਸੀਂ ਇਹਦੀ ਟਰਾਂਸਲੇਸ਼ਨ ਪੜ੍ਹਦੇ ਹਾਂ ਡਿਫਰੈਂਟ ਸੋਰਸਿਸ ਦੇ ਵਿੱਚੋਂ, ਜਿਨ੍ਹਾਂ ਨੇ ਗੁਰਬਾਣੀ ਦੀ ਵਿਆਖਿਆ ਕੀਤੀ ਹੈ, ਗੁਰਬਾਣੀ ਦੀ ਟਰਾਂਸਲੇਸ਼ਨ ਸਾਨੂੰ ਪ੍ਰੋਵਾਈਡ ਕੀਤੀ ਹੈ, ਅਤੇ ਮੋਸਟਲੀ ਸੋਰਸਿਸ ਇਹ ਕਹਿੰਦੇ ਨੇ ਕਿ ਰੱਬ ਦੇ ਦਰਸ਼ਨਾਂ ਦੀ ਹਰ ਬੰਦਾ ਇੱਛਾ ਰੱਖਦਾ ਹੈ। ਦਰਸ਼ਨ ਕੋ ਲੋਚੈ ਸਭ ਕੋਈ। ਲੋਚਾ ਕਹਿੰਦੇ ਨੇ ਵਿਸ਼ਜ਼, ਡਿਜ਼ਾਇਰਸ। Almost each and every individual have some kind of desire to make a connection, or at least to see Rabb, Almighty God, Creator or existence. ਹੁਣ ਇਹ ਜਿਹੜੀ ਸਟੇਟਮੈਂਟ ਆ ਇਹ ਬੜੀ ਬਰੋਡ ਆ, ਅਤੇ ਇਹਦੇ ਉੱਤੇ ਬੜੇ ਲੋਕ ਜੋ ਰੈਸ਼ਨਲਿਸਟ ਸਾਈਡ ਤੋਂ ਆ ਰਹੇ ਨੇ ਉਹ ਸ਼ਾਇਦ ਇਹ ਵੀ ਗੱਲ ਕਹਿਣਗੇ ਤਾਰਕਿਕ ਹੋ ਕੇ ਵੀ ਨੋ, we don't have any wish to see God. We even don't have any belief toward God. So this line doesn't actually suit to us at all. We don't have any engagement with this line. And at the same time, you guys always actually talk Gurbani has signification for each and every individual. So how come we are not actually having any kind of engagement or message from this line? ਹੁਣ ਇਹਦੇ 'ਚ ਬਾਤ ਇਹ ਹੈ ਕਿ ਗੁਰਬਾਣੀ ਦੀ ਕਿਸੇ ਇੱਕ ਪੰਕਤੀ, ਕਿਸੇ ਇੱਕ ਸਤਰ, ਕਿਸੇ ਇੱਕ ਖਾਸ ਲਫ਼ਜ਼ ਨੂੰ ਫੜ ਕੇ ਅਸੀਂ ਜੇ ਤੇ ਉੱਤੇ ਚਰਚਾ ਮੁਬਾਲਸਾ ਕਰਨਾ ਹੈ, ਦੈਟਸ ਅ ਡਿਫਰੈਂਟ ਸਟੋਰੀ। ਪਰ ਜੇ ਅਸੀਂ ਉਸਨੂੰ ਬਰੋਡ ਵੇ ਦੇ ਨਾਲ ਪ੍ਰੋਪਰ ਅੰਡਰਸਟੈਂਡ ਕਰਨਾ ਹੈ, ਆਪਾਂ ਬੀਤੇ ਕੱਲ੍ਹ ਵੀ ਬਾਤ ਕੀਤੀ ਜੋ ਸ਼ਬਦ ਵਿਚਾਰ ਰਹੇ ਸੀ, ਜਿਹਦੇ 'ਚ ਮਹਾਰਾਜ ਨੇ ਖਾਸ ਕਰਕੇ ਜਿਹੜਾ ਬਿਆਨ ਕੀਤਾ ਸੀਗਾ ਕਿ ਉਸ ਅਕਾਲ ਪੁਰਖ ਵਾਹਿਗੁਰੂ ਦੇ ਦੀਦਾਰ ਪਾਉਣੇ ਨੇ, ਉਹਦੇ ਦਰਸ਼ਨ ਪਾਉਣੇ। ਬੀਤੇ ਕੱਲ੍ਹ ਤੋਂ ਪਿਛਲੇ ਰੋਜ਼, ਗੋਬਿੰਦਾ ਗੁਣ ਗਾਉਣ ਦੇ ਆਲਾ, ਦਰਸ਼ਨ ਦੇ ਪੂਰਨ ਕਿਰਪਾਲਾ, ਮੈਨੂੰ ਦਰਸ਼ਨ ਦੇ, ਹੇ ਪੂਰੀ ਕਿਰਪਾ ਦੇ ਮਾਲਕ, ਹੈ ਸੰਪੂਰਨ ਬਖਸ਼ਿਸ਼ ਦੇ ਸੋਰਸ, ਮੇਰੇ ਉੱਤੇ ਨਵਾਜ਼ਿਸ਼ ਕਰ। ਹੁਣ ਐਗਜ਼ੈਕਟਲੀ ਇਸੇ ਰੂਪ ਵਿੱਚ ਤੁਸੀਂ ਇੱਥੇ ਆ ਜਾਂਦੇ ਹਾਂ ਇਸ ਪਾਵਨ ਸ਼ਬਦ ਦੇ ਵਿੱਚ, ਦਰਸ਼ਨ ਕੋ ਲੋਚਾ ਸਭ ਕੋਈ। ਹੁਣ ਦਰਸ਼ਨ ਦੇਖੋ, ਬੰਦਾ ਤੁਸੀਂ ਘਰਾਂ ਥਾਵਾਂ 'ਤੇ ਦੇਖੋਗੇ, ਛੋਟੇ ਜਿਹੇ ਬੱਚੇ ਵਾਸਤੇ ਮਾਂ ਬਾਪ ਕੀ ਨੇ? ਮਾਂ ਇਜ਼ ਦ ਸੋਰਸ ਆਫ ਕੰਫਰਟਨੈਸ, ਮਾਂ ਸੋਰਸ ਆਫ ਲਵ, ਮਾਂ ਸੋਰਸ ਆਫ ਪ੍ਰੋਟੈਕਸ਼ਨ, ਮਾਂ ਸੋਰਸ ਆਫ ਐਜੂਕੇਸ਼ਨ, ਸੋਰਸ ਆਫ ਫੂਡ। ਬੱਚੇ ਲਈ ਇਹੀ ਹੁੰਦਾ ਹੈ। ਜਿਹੜੀ ਈਵਨ ਮਮਤਾ ਵੀ ਹੈ, ਜਿਹੜਾ ਮਦਰਹੁੱਡ ਆ, ਇਹਦੀ ਸੈਂਸ 'ਤੇ ਜਦੋਂ ਰੈਸ਼ਨਲ ਮਾਈਂਡ ਕੰਮ ਕਰਨਾ ਸ਼ੁਰੂ ਕਰਦਾ, ਉਦੋਂ ਜਾ ਕੇ ਸਮਝ ਆਉਂਦੀ ਹੈ। ਜਦੋਂ ਗ੍ਰੇ ਪਾਰਟ ਡਿਵੈਲਪ ਹੁੰਦਾ ਬ੍ਰੇਨ ਦੇ ਵਿੱਚ, ਜਦੋਂ ਤਾਰਕਿਕ ਵੇ ਨਾਲ ਬੰਦਾ ਚੀਜ਼ਾਂ ਨੂੰ ਵੇਖਦਾ ਹੈ, ਐਨਾਲਾਈਟਿਕ ਵਿਊ ਆਉਂਦਾ ਹੈਗਾ, ਉਤਨੀ ਦੇਰ ਤੱਕ ਤੇ ਮਾਂ, ਪਿਤਾ, ਘਰ, ਇਹਦੀ ਅੰਡਰਸਟੈਂਡਿੰਗ ਬੜੀ ਸੁਪਰਫਿਸ਼ੀਅਲ ਜਿਹੀ ਹੁੰਦੀ ਹੈ। ਇਹ ਬੰਦਾ ਅਕਸਰ ਹੁੰਦਾ ਵੀ ਹੈ ਛੋਟੀ ਉਮਰਾਂ ਦੇ ਵਿੱਚ, ਜਿੱਥੇ ਬੱਚਿਆਂ ਨੂੰ ਕੁਝ ਲੱਗ ਜਾਏ ਕਿ ਓਕੇ, ਮਾਈ ਹੋਮ ਇਜ਼ ਸ਼ੈਲਟਰ ਫॉर ਮੀ, ਐਂਡ ਇਫ ਆਈ ਹੈਵ ਐਨੀ ਅਦਰ ਰਿਪਲੇਸਮੈਂਟ ਫॉर ਦਿਸ ਸ਼ੈਲਟਰ, ਆਈ ਵਿਲ ਗੋ ਦੇਅਰ। ਇੱਥੋਂ ਬੱਚੇ ਡਿਸਟਰੈਕਟ ਹੋ ਜਾਂਦੇ ਨੇ। ਇਸ ਲਈ ਕਈ ਵਾਰ ਮਾਪਿਆਂ ਲਈ ਬੜਾ ਹਾਰਡ ਹੁੰਦਾ ਆ ਕਿ ਉਹਨਾਂ ਨੂੰ ਇਹ ਸ਼ੈਲਟਰ ਐਸਾ ਫੀਲ ਹੋਏ ਜਿਹਦਾ ਕੋਈ ਸਬਸਟੀਟਿਊਟ ਨਾ ਹੋਏ, ਅਦਰਵਾਈਜ਼ ਉਹ ਇੱਥੇ ਨਹੀਂ ਰਹਿਣਗੇ। ਅਤੇ ਅਕਸਰ ਹੁੰਦਾ ਇਸ ਖਾਸ ਕਰਕੇ ਫਰੀ ਸੁਸਾਇਟੀ, ਤੁਸੀਂ ਇਹ ਚੀਜ਼ਾਂ ਦੇਖਦੇ ਹੈਗੇ ਹੋ। ਇੱਥੇ ਜਿਹੜੇ ਬੱਚੇ ਨੇ, ਯੰਗ ਬੱਚੇ ਨੇ,
ਮੋਸਟਲੀ ਦੇ ਆਰ ਕਾਈਂਡ ਆਫ ਗਿਨੀ ਪਿਗਸ। ਜਿਹੋ ਜਿਹੀ ਸੁਸਾਇਟੀ, ਜਿਹੋ ਜਿਹੇ ਐਕਸਪੈਰੀਮੈਂਟ ਕਰ ਰਹੀ ਹੈ ਸੁਸਾਇਟੀ ਲਗਾਤਾਰ ਜਿਸ ਤਰੀਕੇ ਦੇ ਨਾਲ, ਤਾਂ ਐਕਸਪੈਰੀਮੈਂਟਸ ਦੇ ਵਿੱਚ ਉਹਨਾਂ ਨੂੰ ਪਤਾ ਹੀ ਨਹੀਂ ਲੱਗਦਾ ਕਿ ਜਿਹੜੀ ਉਹ ਬਾਤ ਕੀਤੀ ਜਾ ਰਹੀ ਹੈਗੀ ਹੈ ਕਿ ਕੰਪਲੀਟ ਫਰੀडम ਦੀ, ਉਸ ਕੰਪਲੀਟ ਫਰੀडम ਨੂੰ ਇੰਜੋਏ ਕਰਨ ਤੋਂ ਪਹਿਲਾਂ ਪਹਿਲਾਂ ਸੋਚ ਤੇ ਲਈਏ ਵੀ ਵਟ ਵੀ ਵਾਂਟ ਟੂ ਪ੍ਰੂਵ, ਵਟ ਵੀ ਵਾਂਟ ਟੂ ਗੈਟ ਬਾਈ ਜਸਟ ਫੋਲੋਇੰਗ ਥੀਜ਼ ਫਰੀ ਸਟੈਪਸ ਇਨ ਦੀ ਸੋਸਾਇਟੀ। ਅਤੇ ਹੋਇਆ ਅਕਸਰ ਇਸ ਰੂਪ ਦੇ ਵਿੱਚ ਵਨਰੇਬਿਲਿਟੀ ਜਿਹੜੀ ਹੈ, ਤੁਸੀਂ ਡਾਕੂਮੈਂਟਰੀਜ਼ ਦੇਖੋ, ਤੁਸੀਂ ਈਵਨ ਲਿਟਰੇਚਰ ਦੇਖੋ, ਤੁਸੀਂ ਰਿਸੋਰਸਿਸ ਦੇਖੋ ਡਿਫਰੈਂਟ। ਮੈਂ ਤਾਂ ਸੋਸ਼ਲ ਵਰਕ ਵਿੱਚ ਜਾ ਕੇ ਕਿਤਨਾ ਕੁਝ ਸਟੱਡੀ ਕੀਤਾ, ਮਤਲਬ ਜਿਹੜੀ ਹਿਊਮਨ ਟਰੈਫਿਕਿੰਗ ਹੈਗੀ ਹੈ, ਜਿਹੜੀ ਮਾਫੀ ਚਾਹਾਂਗਾ ਖਾਸ ਕਰਕੇ ਅਬਿਊਜ਼ ਹੈ, ਫੀਮੇਲ ਅਬਿਊਜ਼ ਦੀ ਗੱਲ ਕਰ ਰਿਹਾ ਮੈਂ ਇੱਥੇ, ਫੈਮਿਨਨ ਜੈਂਡਰ ਵਾਲੀ ਸਾਈਡ ਤੋਂ ਇਤਨੇ ਵੱਡੇ ਲੈਵਲ 'ਤੇ ਬੰਦਾ ਸੋਚਦਾ ਇਹ ਸਟਾਰਟ ਹੀ ਕਿਉਂ ਹੋਇਆ? ਭਾਈ ਸਟਾਰਟ ਇਸ ਕਰਕੇ ਹੋਇਆ ਕਿਉਂਕਿ ਘਰ ਦੇ ਮੁਕਾਬਲੇ ਬਾਹਰਲੀ ਦੁਨੀਆ ਜ਼ਿਆਦਾ ਕੂਲ ਅਤੇ ਕ੍ਰੇਜ਼ੀ ਲੱਗਦੀ ਸੀ। ਦੇ ਵਾਂਟ ਟੂ ਇੰਜੋਏ ਦੈਟ ਲਾਈਫ ਬਟ ਦੇ ਡੋਂਟ ਨੋ ਹਰ ਇੱਕ ਚੀਜ਼ ਦੀ ਪ੍ਰਾਈਜ਼ ਪੇ ਕਰਨੀ ਹੁੰਦੀ ਹੈ। ਨਥਿੰਗ ਇਜ਼ ਫਰੀ ਇਨ ਦਿਸ ਵਰਲਡ। ਇਫ ਵੀ ਆਰ ਐਕਚੁਅਲੀ enjoying our home environment, then definitely we have to pay price. What is the price? Discipline. What is the price? To obey the household rules. What is the price? To take care of responsibility, actually to fulfill the responsibilities which that household is giving us, or we have to play our role proper in that house given household environment. ਉਸ ਸਾਰੇ ਰੂਪ ਤੋਂ ਬੰਦਾ ਕਹਿੰਦਾ ਹੈ ਕਿ ਨੋ ਆਈ ਵਾਂਟ ਟੂ ਗੋ ਅਵੇ ਫਰੋਮ ਇਟ। ਭਾਈ ਠੀਕ ਹੈ, ਚਲਾ ਜਾ, ਫਰੀ ਸੁਸਾਇਟੀ, ਕਿਤੇ ਵੀ ਜਾ ਸਕਦਾ ਹੈ। ਈਵਨ 12 14 ਸਾਲ ਦੇ ਬੱਚੇ ਜਿਹੜੇ ਹੈਗੇ ਨੇ ਉਹ ਨੱਸ ਜਾਂਦੇ ਨੇ। 15-16 ਸਾਲ ਦੇ ਬੱਚੇ ਕਹਿੰਦੇ ਨੇ ਹੂ ਕੇਅਰ, ਮੈਨੂੰ ਤਾਂ ਕੋਈ ਕੁਛ ਕਹਿ ਹੀ ਨਹੀਂ ਸਕਦਾ। 17-18 ਸਾਲ ਤੋਂ ਬਾਅਦ ਤੇ ਆਈ ਹੈਵ ਦ ਲੀਗਲ ਰਾਈਟ, ਸੋ ਆਈ ਐਮ ਐਕਚੁਅਲੀ ਟੋਟਲੀ ਫਰੀ ਇੰਡੀਵਿਜੂਅਲ। ਪਰ ਭਾਈ ਇਹ ਸਾਰੇ ਦੇ ਵਿੱਚ ਸੋਸ਼ਲ ਸਟਰਕਚਰ ਵਿੱਚ ਜਾ ਕੇ ਦੇਖ, ਆਲੇ ਦੁਆਲੇ ਦੇਖ, ਇਹ ਸਾਰੇ ਨੂੰ ਜਿਹਨੂੰ ਤੂੰ ਮੰਨਣਾ ਚਾਹੁੰਦਾ ਉਹਦੀ ਇੱਕ ਪ੍ਰਾਈਜ਼ ਹੈ। ਸੋ ਉਹਦੀ ਪ੍ਰਾਈਜ਼ ਪੇ ਕਰੇਗਾ ਅਤੇ ਫਿਰ ਜਾ ਕੇ ਤੂੰ ਉਸ ਚੀਜ਼ ਦੇ ਬਾਅਦ ਉਹਨੂੰ ਦੇਖੇਗਾ। ਅਤੇ ਉਹ ਪ੍ਰਾਈਜ਼ ਕਈ ਵਾਰ ਇੰਨੀ ਹਾਈ ਹੁੰਦੀ ਹੈ ਕਿ ਪੂਰੀ ਦੀ ਪੂਰੀ ਜ਼ਿੰਦਗੀ ਲੈ ਲੈਂਦੀ, ਪੂਰਾ ਦਾ ਪੂਰਾ ਜਿਹੜਾ ਹੈਗਾ ਜੋ ਉਹਨੇ ਹੋਣਾ ਬਣਨਾ ਉਸ ਸਾਰੇ ਰੂਪ ਦੇ ਵਿੱਚ। ਖੈਰ, ਜਿਹੜੀ ਮੈਂ ਬੇਨਤੀ ਕਰ ਰਿਹਾ ਸੀਗਾ ਕਿ ਜਦੋਂ ਬੰਦੇ ਨੂੰ ਅਜੇ ਮਦਰਹੁੱਡ ਦਾ ਨਹੀਂ ਪਤਾ, ਜਦੋਂ ਬੰਦੇ ਨੂੰ ਘਰ ਦਾ ਵੀ ਨਹੀਂ ਪਤਾ, ਫੈਮਿਲੀ ਦਾ ਵੀ ਨਹੀਂ ਪਤਾ, ਉਸ ਵਕਤ ਉਹ ਫੈਮਿਲੀ ਘਰ ਉਹਦੇ ਵਿੱਚ ਰਹਿੰਦਾ ਆ, ਤਾਂ ਫੈਮਿਲੀ ਘਰ ਸਭ ਕੁਝ ਉਹਨੂੰ ਕੰਫਰਟ ਜਿਹੜਾ ਹੈਗਾ ਜ਼ੋਨ ਪ੍ਰੋਵਾਈਡ ਕਰਾਉਂਦੀ ਹੈ, ਸ਼ੈਲਟਰ ਪ੍ਰੋਵਾਈਡ ਕਰਾਉਂਦੀ ਹੈ, ਫੂਡ, ਉਹਦੇ ਫਿਊਚਰ ਨੂੰ ਸਿਕਿਉਰ ਕਰਨ ਵਾਸਤੇ ਫਾਈਨੈਂਸ਼ਲੀ ਉਹਨੂੰ ਕੋਈ ਬੜਾ ਕੰਪੈਟੀਬਲ ਜਿਹੜਾ ਹੈਗਾ ਬਣਾਉਣ ਵਾਸਤੇ ਉਹਨੂੰ ਅਰਨਿੰਗ ਹੈਂਡ ਡਿਵੈਲਪ ਕਰਨ ਲਈ ਹੈਲਪ ਕਰਦੀ ਹੈਗੀ ਹੈ, ਬਾਏ ਗਿਵਿੰਗ ਐਜੂਕੇਸ਼ਨ, ਬਾਏ ਗਿਵਿੰਗ ਸਮ ਪ੍ਰੋਫੈਸ਼ਨਲ ਸਕਿੱਲਸ ਔਰ ਵਟ ਐਵਰ। ਉਸ ਤਰੀਕੇ ਦੇ ਨਾਲ ਇਹ ਸਾਰਾ ਰੂਪ ਹੁੰਦਾ ਉਹਦਾ। ਜਦੋਂ ਥੋੜ੍ਹਾ ਵੱਡਾ ਹੁੰਦਾ ਫਿਰ ਬੰਦਾ ਅਹਿਸਾਸ ਕਰਦਾ ਆ, ਜਦੋਂ ਕੈਰੀਅਰ ਬਣ ਜਾਂਦਾ ਫਿਰ ਕਹਿੰਦਾ ਪਿਆ ਆਮ ਵੈਰੀ ਥੈਂਕਫੁਲ ਟੂਵਰਡ ਮਾਈ ਪੇਰੈਂਟਸ, ਅਦਰਵਾਈਜ਼ ਮੈਂ ਤਾਂ ਬੜਾ ਮਿਜ਼ਰੇਬਲ ਇੰਡੀਵਿਜੂਅਲ ਸੀਗਾ। ਮਾਂ ਨੇ ਮਿਹਨਤ ਕਰਕੇ ਪੜ੍ਹਾਇਆ, ਪਿਤਾ ਨੇ ਜਿਹੜਾ ਹੈਗਾ ਰਾਤਾਂ ਜਾਗ ਕੇ ਪੜ੍ਹਾਇਆ। ਐਂਡ ਆਈ ਹੈਵ ਸੀਨ ਦੀਜ਼ ਇੰਡੀਵਿਜੂਅਲਸ। ਮੈਂ ਦੇਖੇ ਇਹੋ ਜਿਹੇ ਬੱਚੇ ਜਿਨ੍ਹਾਂ ਦੇ ਨਾਲ ਮਤਲਬ ਇੱਥੇ ਹੈਗੇ ਸਾਡੇ ਸੱਜਣ ਪ੍ਰੋਫੈਸ਼ਨਲ ਸੀਗੇ ਪਿਤਾ, ਅਤੇ ਜਦੋਂ ਦੇਖਿਆ ਕਿ ਬੇਟਾ ਗ੍ਰੇਡ 9 ਵਿੱਚ ਡਿਸਟਰੈਕਟ ਹੋ ਗਿਆ ਹੈਗਾ, ਬੜਾ ਜਿਹਨੂੰ ਅਸੀਂ ਕਹਿੰਦੇ ਹੈਗੇ ਸਮਾਰਟ ਕਿਡਸ ਸੀਗਾ, ਗਿਫਟਿਡ ਕਿਡਸ ਵਿੱਚ ਆਉਂਦਾ ਸੀਗਾ, ਅਤੇ ਉਹ ਉਸੇ ਸਕੂਲ ਵਿੱਚ ਜਾ ਰਿਹਾ ਅਤੇ ਓਵਰ ਕੌਨਫੀਡੈਂਟ ਹੋ ਕੇ ਪੜ੍ਹਨਾ ਨਹੀਂ, ਬਸ ਇੱਕ ਵਾਰੀ ਕਿਤਾਬ ਫੋਲੀ ਅਤੇ ਉਹ ਐਗਜ਼ਾਮ ਆਇਆ, ਲਿਖ ਦਿੱਤਾ, 80% ਮਾਰਕਸ ਆ ਗਏ, ਸਾਰਾ ਕੁਝ ਹੈ ਤਾਂ ਵਧੀਆ ਸੀਗਾ, ਪੜ੍ਹਨ ਦੀ ਆਦਤ ਨਾ ਬਣੀ, ਗ੍ਰੇਡ ਵੱਧਦੇ ਗਏ। ਜਦੋਂ ਗ੍ਰੇਡ ਵੱਡੇ ਹੁੰਦੇ ਗਏ ਉੱਥੇ ਡੈਫੀਨੇਟਲੀ ਹਾਰਡ ਵਰਕ ਕਰਨਾ ਪਏਗਾ। ਸਮਾਰਟ ਵਰਕ ਤਾਂ ਤਾਂ ਹੀ ਹੈ ਜੇ ਹਾਰਡ ਵਰਕ ਵਿੱਚੋਂ ਕੁਝ ਸਮਾਰਟਨੈਸ ਤਾਂ ਹੀ ਆ ਸਕੇਗੀ, ਪਰ ਟਾਈਮ 'ਤੇ ਇਨਵੈਸਟ ਕਰਨਾ ਪਏਗਾ, ਉਹ ਹੁੰਦਾ ਨਹੀਂ ਗਾ। ਅਖੀਰ ਗੱਲ ਇਹ ਹੋ ਗਈ ਕਿ ਡਰੋਪ ਆਊਟ ਹੋ ਗਿਆ। ਬਾਪ ਪ੍ਰੋਫੈਸ਼ਨਲ ਸੀਗਾ, ਉਹਨੇ ਆਪਣਾ ਪ੍ਰੋਫੈਸ਼ਨਲ ਜਿਹੜਾ ਕੈਰੀਅਰ ਉਹ ਦਾਅ 'ਤੇ ਲਗਾ ਕੇ ਛੱਡ ਕੇ ਬੱਚੇ ਦੇ ਨਾਲ ਟਾਈਮ ਸਪੈਂਡ ਕੀਤਾ। ਡੇ ਬਾਈ ਡੇ, ਮੰਥ ਬਾਈ ਮੰਥ ਇੰਪਰੂਵਮੈਂਟ ਆਈ। ਉਸ ਤਰੀਕੇ ਨਾਲ ਕਰਦਿਆਂ ਮਹੀਨੇ ਲੰਘੇ, ਸਾਲ ਲੰਘੇ, ਤਪਿਆ ਪੂਰਾ। ਉਸ ਤਪ ਤੋਂ ਬਾਅਦ ਇੱਕ ਲੈਵਲ 'ਤੇ ਆ ਕੇ ਬੱਚੇ ਨੂੰ ਕੁਝ ਕੈਰੀਅਰ ਦਿਸਿਆ, ਮਾਂ ਬਾਪ ਨੂੰ ਹੋਪ ਦਿਸੀ, ਫਿਰ ਅੱਗੇ ਵਧਿਆ, ਸਮਾਰਟ ਤਾਂ ਸੀ ਗਈ। ਐਂਡ ਹੀ ਡਿਡ ਵੈਰੀ ਵੈਲ ਟੂਵਰਡ ਐਜੂਕੇਸ਼ਨ, ਟੂਵਰਡ ਹਿਸ ਕੈਰੀਅਰ।
ਵੈਨ ਹੀ ਰਿਅਲਾਈਜ਼ਡ ਮੈਂ ਤੇ ਕਿੱਥੇ ਪਹੁੰਚ ਜਾਣਾ ਸੀਗਾ। ਇਹ ਤੇ ਮਾਂ ਬਾਪ ਦਾ ਸਾਰਾ ਯੋਗਦਾਨ ਆ, ਇਹ ਤੇ ਉਹਨਾਂ ਦਾ ਸਾਰਾ ਉਹਨਾਂ ਦਾ ਤਪ ਆ। ਸੋ ਉੱਥੇ ਜਾ ਕੇ ਉਹਨੇ ਖੁਦ ਲਿਟਰਲੀ ਤੌਰ ਤੇ ਕਿਹਾ ਵੀ ਵਟ ਐਵਰ ਆਈ ਐਮ ਅਰਨਿੰਗ ਆਈ ਐਮ ਐਕਚੁਅਲੀ ਸਿਟਿੰਗ ਔਨ ਇਟ, these all things I owe toward my parents. They are the main source. They were helping me to come over here. So ਇਹ ਜਿਹੜੀ ਚੀਜ਼ ਆ ਇਹ ਆਉਂਦੀ ਹੈ ਬੜੀ ਸਮਝ ਤੋਂ, ਸੁਰਤਿਆਬ ਹੋਣ ਤੋਂ ਬਾਅਦ। ਹੁਣ ਮੈਂ ਬਾਤ ਇਸ ਚੀਜ਼ ਨੂੰ ਬੜਾ ਲੰਮਾ ਨਾ ਕਰਿਆ, ਸ਼ਬਦ ਸਾਡੇ ਕੋਲ ਹੈਗਾ ਇੱਥੇ। ਇਹ ਹੈਗਾ ਕਿ ਜਦੋਂ ਅਸੀਂ ਰੱਬ ਦੀ ਗੱਲ ਕਰਦੇ ਹਾਂ, ਰੱਬ ਨਾ ਸਿੱਧੇ ਤੌਰ ਤੇ ਰੱਬ ਹੈ, ਗॉड ਹੈ, ਕ੍ਰੀਏਟਰ ਹੈ, ਵਾਹਿਗੁਰੂ ਹੈ, ਅੱਲਾ ਹੈ, ਰਾਮ ਹੈ, ਭਗਵਾਨ ਹੈ, ਪਾਰ ਬ੍ਰਹਮ ਹੈ, ਵਟ ਐਵਰ ਨੇਮ ਵੀ ਕੈਨ ਐਕਚੁਅਲੀ ਗਿਵ, ਕਿਉਂਕਿ ਕਰਮ ਨਾਮ ਵਰਣਤ ਸੁਮਤ, ਜਿਹੋ ਜਿਹੀ ਸਾਡੀ ਸੁਮਤ ਹੈ ਉਹੋ ਜਿਹੇ ਅਸੀਂ ਜਿਹੜੇ ਨੇ ਉਹਦੇ ਨਾਮ ਕਰਮ ਅਨੁਸਾਰ ਵਰਣਨ ਕਰ ਦਿੰਦੇ ਹਾਂ। ਜਿਹੜਾ ਅਸਲ ਰੂਪ ਆ ਰੱਬ ਨਾਮ ਆ ਖੁਸ਼ੀ ਦਾ। Who is not the seeker of happiness in this world? Each and every individual is just looking or seeking happiness. Just ਇੱਕੋ ਚੀਜ਼ ਵਾਸਤੇ ਭੱਜ ਰਿਹਾ ਹੈ, ਖੁਸ਼ੀ ਮਿਲੇ, ਖੁਸ਼ ਰਹਾਂ, ਸੁਖੀ ਹੋਵਾਂ। ਰੱਬ ਨਾ ਹੈ ਆਨੰਦ ਦਾ, ਰੱਬ ਨਾ ਹੈ ਤੇਜ ਦਾ, ਪ੍ਰਤਾਪ ਦਾ, ਮਾਣ ਦਾ, ਅਕਲ ਦਾ, ਜੀਵਨ ਦੀ ਚੜ੍ਹਦੀ ਕਲਾ ਦਾ। ਮੈਂ ਗੁਰੂ ਗ੍ਰੰਥ ਸਾਹਿਬ ਜਿਹੜੇ ਬਚਨ ਕਹਾਂ, ਅਸੀਂ ਸ਼ਬਦ ਇਹ ਪੜ੍ਹਦੇ ਹਾਂ ਵੀ ਇਹ ਅਕਾਲ ਪੁਰਖ ਵਾਹਿਗੁਰੂ ਵੱਡੀ ਹੂੰ ਵੱਡਾ ਅਪਾਰ ਤੇਰਾ ਮਰਤਬਾ। ਦੇਖੋ ਜਿਹਦੇ ਨਾਲ ਸਾਂਝ ਬਣਦੀ ਹੈ ਉਹਦਾ ਪ੍ਰਭਾਵ ਤੇ ਪੈਂਦਾ ਹੈ ਜੀਵਨ ਤੇ। ਜੇ ਇਸ ਨੂੰ ਬੜੇ ਸੁੰਦਰ ਅੰਦਾਜ਼ ਦੇ ਵਿੱਚ ਲਿਟਰੇਚਰ 'ਚ ਕਿਸੇ ਨੇ ਪਰੋਇਆ, ਉਹ ਕਹਿੰਦਾ ਕਿ ਸੰਗ ਕੀਜੀਏ ਬੜਨ ਸਿਉ ਹੋਤ ਬੜਨ ਸਿਉ ਮੇਲ, ਸਭ ਜਾਣਤ ਹੈ ਬੜਤ ਹੈ ਬਿਰਖ ਬਰਾਬਰ ਬੇਲ। ਕਹਿੰਦੇ ਨੇ ਕਿ ਬੰਦੇ ਨੇ ਸੰਗ ਹੀ ਕਰਨਾ ਹੈ ਨਾ, ਕਿਸੇ ਨੂੰ ਸਾਥੀ ਬਣਾਉਣਾ ਹੈ, ਕਿਸੇ ਆਈਡੀਓਲੋਜੀ ਨੂੰ ਫੋਲੋ ਕਰਨਾ ਆ, ਕਿਸੇ ਸਕੂਲ ਦਾ ਡਿਸਾਈਪਲ ਬਣਨਾ ਆ, ਦੈਨ ਸਭ ਤੋਂ ਵੱਡੇ ਤੇ ਸਭ ਤੋਂ ਆਲਾ ਸਕੂਲ, ਸਭ ਤੋਂ ਆਲਾ ਜਿਹੜਾ ਹੈਗਾ ਆਈਡੀਓਲੋਜੀ ਨੂੰ ਕਿਉਂ ਨਹੀਂ ਫੋਲੋ ਕਰਦਾ। ਮਹਾਰਾਜ ਨੇ ਜੋ ਬਿਆਨ ਕੀਤਾ, ਵੱਡੀ ਹੂੰ ਵੱਡਾ ਅਪਾਰ ਤੇਰਾ ਮਰਤਬਾ, ਵੱਡੇ ਤੋਂ ਵੱਡਾ, ਵੱਡੇ ਤੋਂ ਵੱਡਾ ਆਪ ਵੱਡਾ ਪਰਵਰਦਗਾਰ, ਜਿਹਦਾ ਮਰਤਬਾ, ਮਰਾਤਬਾ, ਜਿਹਦੀ ਗਲੋਰੀ, ਜਿਹਦਾ ਰੁਤਬਾ, ਜਿਹਦੀ ਜਿਹੜੀ ਹੋਂਦ ਆ ਕਿਸ ਲੈਵਲ ਦੀ ਹੈ ਅਸੀਂ ਉਹਨੂੰ ਅਵੈਲੂਏਟ ਵੀ ਨਹੀਂ ਕਰ ਸਕਦੇ। ਵੀ ਆਰ ਐਕਚੁਅਲੀ ਯੂ ਕੈਨ ਸੇ ਅਵੇ ਸਮਾਲਰ, ਟਾਈਨੀ ਕੰਪੇਅਰ ਟੂ ਆਲਮਾਈਟੀ ਅਕਾਲ ਪੁਰਖ ਵਾਹਿਗੁਰੂ, ਬਿਕੋਜ਼ ਅਸੀਂ ਤਾਂ ਇੱਕ ਛੋਟਾ ਜਿਹਾ ਉਹਦੀ ਸਾਰੀ ਹੋਂਦ ਦਾ ਜ਼ਰਰਾ ਵਾ। ਸਾਰੀ ਹੋਂਦ ਕਿੱਡੀ ਵੱਡੀ ਹੈ, ਸਾਨੂੰ ਕੀ ਅਹਿਸਾਸ ਹੈ। ਦਾਨੇ ਲੋਕਾਂ ਨੇ ਕਿਹਾ, ਇਹਨੂੰ ਮੈਟਾਫੋਰ ਕਰਦਿਆਂ ਹੋਇਆਂ, ਕਿ ਜਿਵੇਂ ਇੱਕ ਛੋਟੀ ਜਿਹੀ ਵੇਲ ਹੋਏ ਤੇ ਉਹ ਵੇਲ ਕਿਸੇ ਬਿਰਖ ਦੇ ਜੜ੍ਹਾਂ ਵਿੱਚ ਉੱਗੀ ਹੈ ਥੱਲੇ। ਹੁਣ ਉਹ ਦੇਖਦੀ ਹੈ ਬਿਰਖ ਵੱਲ, ਸੋਚਦੀ ਹੈ ਇਹਦਾ ਕਿੱਡਾ ਵੱਡਾ ਮਰਾਤਬਾ ਆ, ਕਿੱਡਾ ਵੱਡਾ ਦਰਖਤ ਆ, ਸ਼ਾਖਾਵਾਂ, ਟਾਹਣ, ਵੱਡੀਆਂ ਵੱਡੀਆਂ ਬ੍ਰਾਂਚਿਸ, ਵੱਡੇ ਵੱਡੇ ਇਹਦੇ ਜਿਹੜੇ ਖਾਸ ਕਰਕੇ ਇਹਦਾ ਸਾਰਾ ਰੂਪ ਆ, ਇਹਦਾ ਸਾਰਾ ਆਕਾਰ ਆ, ਸ਼ੇਪ ਆ। ਕਾਸ਼ ਮੈਂ ਇਹਨੂੰ ਸਾਰਿਆਂ ਨੂੰ ਮਾਣ ਸਕਾਂ। ਤੇ ਦਾਨੀ ਲੋਕਾਂ ਨੇ ਕਿਹਾ ਕਿਉਂ ਨਹੀਂ ਮਾਣਿਆ ਜਾ ਸਕਦਾ? ਮਾਣ ਸਕਦੀ ਹੈ ਵੇਲ ਤੂੰ, ਕਿਵੇਂ ਮਾਣਾਂਗੀ ਮੈਂ? ਸੰਗ ਕੀਜੀਏ ਬੜਨ ਸਿਉ ਹੋਤ ਬੜਨ ਸਿਉ ਮੇਲ, ਸਭ ਜਾਣਤ ਹੈ ਬੜਤ ਹੈ ਬਿਰਖ ਬਰਾਬਰ ਬੇਲ। ਬਸ ਇੰਨੀ ਕੁ ਕੋਈ ਉਸ ਬੇਲ ਦੇ ਕੰਨਾਂ ਦੇ ਵਿੱਚ, ਉਸ ਖਾਸ ਕਰਕੇ ਜਿਹੜੀ ਪਲਾਂਟ ਵਾਈਨਰੀ ਜਾਂ ਵਾਈਨ ਹੈਗਾ ਉਹਦੇ ਕੰਨਾਂ ਦੇ ਵਿੱਚ ਕੋਈ ਇਹ ਪਾ ਦੇ ਕਿ ਦੇਖ ਤੂੰ ਐਡਾ ਵੱਡਾ ਹੋ ਸਕਦਾ ਆ, ਪਰ ਹੋਣ ਵਾਸਤੇ ਤੈਨੂੰ ਇਹ ਜਿਹੜਾ ਵੱਡਾ ਟਰੀ ਹੈ ਇਹਦਾ ਸਹਾਰਾ ਲੈਣਾ ਪਏਗਾ, ਇਹਦੇ ਤਣੇ ਨੂੰ ਲਪੇਟੇ ਮਾਰਨੇ ਪੈਣਗੇ, ਇਹਦੇ ਟਾਹਣਾਂ ਦੇ ਨਾਲ ਤੈਨੂੰ ਲਟਕਣਾ ਪਏਗਾ, ਇਹਦੀਆਂ ਸ਼ਾਖਾਵਾਂ ਨਾਲ ਸਨੇਹ ਕਰਨਾ ਪਏਗਾ, ਉਹਨਾਂ ਨਾਲ ਆਪਣਤ ਕਰਨੀ ਪਏਗੀ। ਕਰਦਿਆਂ ਕਰਦਿਆਂ ਜਿਤਨਾ ਵੱਡਾ ਬਿਰਖ ਆ ਤੂੰ ਉਤਨੇ ਵੱਡੇ ਅਸਮਾਨ ਨੂੰ ਮਾਣ ਸਕਦੀ ਹੈ। ਐਗਜ਼ੈਕਟਲੀ ਸੇਮ ਥਿੰਗ ਆ। ਰੱਬ ਨਾਂ ਹੈ ਤੇਜ ਦਾ, ਪ੍ਰਤਾਪ ਦਾ, ਵਡਿਆਈ ਦਾ, ਸ਼ੁਭਤਾ ਦਾ, ਗੁਣਾਂ ਦਾ। ਕੌਣ ਨਹੀਂ ਚਾਹੁੰਦਾ? ਬੰਦਾ ਕਿਤੇ ਹੋਏਗਾ ਕੋਈ ਮੂਰਖ
ਜਿਹੜਾ ਇਹ ਕਹੇਗਾ ਮੈਨੂੰ ਔਗਣਾ ਕਰਕੇ ਲੋਕੀ ਯਾਦ ਕਰਨਾ, ਮੈਨੂੰ ਗੁਣਾ ਕਰਕੇ ਯਾਦ ਕਰ। ਵਡਿਆਈ ਮੇਰੀ ਵੱਡੋਂ ਹੋਏ, ਮੇਰਾ ਤੇਜ ਪ੍ਰਤਾਪ ਹੋਏ, ਮੇਰੀ ਜੈ ਜੈਕਾਰ ਹੋਏ, ਮੇਰੀ ਸ਼ੋਭਾ ਹੋਏ, ਮੇਰੀ ਪ੍ਰੇਜ਼ ਹੋਏ। ਹਰ ਬੰਦਾ ਚਾਹੁੰਦਾ ਹੈ। ਬਾਣੀ ਦਾ ਬਚਨ ਵੱਡੀ ਹੋ ਵੱਡਾ ਅਪਾਰ ਤੇਰਾ ਮਰਤਬਾ, ਰੰਗ ਪਰੰਗਨ, ਜਿਹੜੇ ਤੇਰੇ ਰੰਗ ਪਰੰਗ ਨੇ, ਜਿਹੜੀ ਤੇਰੀ ਆਭਾ ਮੰਡਤ ਆ, ਜਿਹੜਾ ਤੇਰਾ ਤੇਜ ਪ੍ਰਤਾਪ ਆ, ਉਹ ਇਤਨਾ ਵੱਡਾ ਆ, ਤੂੰ ਆਪਣਾ ਆਪ ਜਰ, ਹੋਰ ਕੋਈ ਜਰ ਵੀ ਨਹੀਂ ਸਕਦਾ। ਤੇਰੇ ਤੇਜ ਪ੍ਰਤਾਪ ਨੂੰ ਤੂੰ ਹੀ ਜਰ ਸਕਦਾ ਹੈ। ਭਾਵ ਐਸੀ ਲੋ ਜਿਹਦੇ 'ਚ ਐਸੀ ਆਭਾ ਜਿਹਨੂੰ ਕੋਈ ਕੰਪੀਟ ਕਰਨਾ ਤੇ ਦੂਰ ਦੀ ਗੱਲ ਨਹੀਂ, ਕੰਪੈਰੀਜ਼ਨ ਨਾ ਕਰ ਸਕੇ। ਇਹਦੇ ਦਰਸ਼ਨ ਕੌਣ ਨਹੀਂ ਚਾਹੁੰਦਾ? ਇਹਦੇ ਦਰਸ਼ਨ ਹਰ ਸ਼ਖਸ ਚਾਹੁੰਦਾ ਹੈ, ਤੇ ਦੂਜੇ ਵਿੱਚ ਹੀ ਨਹੀਂ ਆਪਣੇ ਵਿੱਚ ਵੀ ਚਾਹੁੰਦਾ ਬੰਦਾ। ਮੇਰੇ ਜੀਵਨ ਵਿੱਚ ਸ਼ੁਭਤਾ, ਗੁਣ, ਵਡਿਆਈ, ਹਰ ਤਰ੍ਹਾਂ ਦੀ ਖੁਸ਼ੀ, ਸਕੂਨ ਹੋਵੇ। ਗੁਰੂ ਬਾਬਾ ਜੀ ਇਹ ਬਿਆਨ ਕਰਦੇ, ਕਿਉਂਕਿ ਇਹ ਮਿਡੀਵਲ ਪੀਰੀਅਡ ਦੇ ਵਿੱਚ ਲਿਖੀ ਗਈ ਰਚਨਾ ਆ। ਅਤੇ ਉਸ ਸਮੇਂ ਉਸ ਮੁਹਾਜ ਵਿੱਚੋਂ ਜਦੋਂ ਅਸੀਂ ਕੰਪੈਰੇਟਿਵ ਲੈਵਲ 'ਤੇ ਦੇਖਦੇ ਹੈਗੇ ਆ, ਅਤੇ ਉਹ ਇਹ ਹੈਗਾ ਕਿ ਅੱਜ ਤਾਂ ਬੜੀ ਐਜੂਕੇਸ਼ਨ ਆ, ਤਾਲੀਮ ਆ, ਵੈਸਟਰਨਾਈਜ਼ ਵਰਲਡ 'ਚ ਅਸੀਂ ਰਹਿ ਰਹੇ ਹਾਂ। ਵੈਸਟਰਨ ਤਾਲੀਮ ਦਾ ਵੱਡਾ ਇੰਪੈਕਟ ਜਿਹੜਾ ਲੋਕਾਂ ਦੇ ਉੱਤੇ ਪਿਆ ਹੈ। ਕਲੋਨੀਅਲ ਪੀਰੀਅਡ ਦੀਆਂ ਬਹੁਤ ਸਾਰੀਆਂ ਖਾਮੀਆਂ ਜਿਹੜੀਆਂ ਨੇ, ਕਮੀਆਂ ਨੇ, ਪਰ ਇੱਕ ਚੀਜ਼ ਪੱਕੀ ਹੋਈ ਵੀ ਕਲੋਨੀਅਲ ਪੀਰੀਅਡ ਨੇ ਇੱਕ ਵੱਡੀ ਅੰਪਾਇਰ ਨੂੰ ਚਲਾਉਣ ਵਾਸਤੇ ਜਿਹੜੀ ਇੱਕ ਵਰਕ ਫੋਰਸ ਬਿਲਡ ਕੀਤੀ, ਉਹਦੇ ਲਈ ਤਾਲੀਮ, ਐਜੂਕੇਸ਼ਨ, ਸਕਿੱਲ ਉਹ ਦਸਤਿਆਬ ਕੀਤੀ ਆਮ ਬੰਦੇ ਵਾਸਤੇ। ਉਹਦੇ ਨਾਲ ਉਹ ਲਗਾਤਾਰ ਜਿਹੜਾ ਆਮ ਬੰਦਾ ਸੀਗਾ, ਉਹ ਇੰਡੀਵਿਜੂਅਲ ਸੀਗਾ, ਉਹ ਕਿਤੇ ਨਾ ਕਿਤੇ ਐਜੂਕੇਟ ਹੋਇਆ, ਉਹਨੂੰ ਸਮਝ ਆਈ, ਕੁਝ ਨਾ ਕੁਝ ਜ਼ਿੰਦਗੀ ਦੀ ਰੁਤਬੇਦਾਰੀ ਬਾਰੇ ਉਹਨੂੰ ਅਸਲ ਵਿੱਚ ਪਤਾ ਲੱਗਾ। ਸੋ ਅੱਜ ਅਸੀਂ ਸੰਸਾਰ ਪੱਧਰ 'ਤੇ ਵੇਖ ਰਹੇ ਹਾਂ ਕਿ ਈਵਨ ਰੀਸੈਂਟਲੀ ਤੁਸੀਂ ਦੇਖੋ ਕਿ ਬਲੈਕ ਲਾਈਵਜ਼ ਮੈਟਰ ਦੀ ਗੱਲ ਹੋ ਰਹੀ ਹੈ, ਡਿਸਕ੍ਰਿਮੀਨੇਸ਼ਨ ਦੇ ਅਗੇਂਸਟ ਇੱਕ ਜੰਗ ਲੜਨ ਦੀ ਗੱਲ ਹੋ ਰਹੀ ਹੈ। ਪੀਪਲ ਆਰ ਕਾਲਿੰਗ ਇਟ ਇਜ਼ ਐਕਚੁਅਲੀ ਨਿਊ ਸਿਵਲ ਰਾਈਟਸ ਮੂਵਮੈਂਟ ਇਨ 21st ਸੈਂਚੁਰੀ। ਇੱਕ ਨਵੀਂ ਸਿਵਲ ਰਾਈਟ ਦੀ ਮੂਵਮੈਂਟ ਜਿਹੜੀ ਹੈਗੀ ਹੈ ਉਹ ਚੱਲ ਰਹੀ ਹੈ, ਅਤੇ ਵਾਕਿਆ 'ਚ ਇਹ ਚੀਜ਼ ਸਪਾਰਕ ਕੀਤੀ ਇੱਥੋਂ ਬਹੁਤ ਦੂਰ ਤੱਕ ਜਾਏਗੀ। ਕਿਉਂਕਿ ਹੁਣ ਜਿਹੜੀ ਪੁਲਿਸ ਨੂੰ ਹੈਗਾ ਆ, ਉਹਨੂੰ ਵੀ ਕਿਹਾ ਜਾ ਰਿਹਾ ਕਿ ਉਹਦੇ ਰੋਲ ਨੂੰ ਪਹਿਚਾਨਿਆ ਜਾਏ। ਹਾਲਾਂਕਿ ਇਹ ਸਟੇਟਸ ਜਿਹੜੀਆਂ ਨੇ ਇਹ ਦੇ ਆਰ ਵਰਕਿੰਗ ਫਾਰ ਪੀਪਲਜ਼ ਵੈਲਫੇਅਰ, ਪੀਪਲਜ਼ ਵੈਲਬੀਇੰਗ। ਦੇ ਆਰ ਨੋਟ ਦ ਪੁਲਿਸ ਸਟੇਟ ਇਫ ਯੂ ਸੇ ਇਟ ਇਨ ਪ੍ਰੋਪਰ ਵਰਡਸ। ਪਰ ਜਿੱਦੋਂ ਅਸੀਂ ਆਏ ਹਾਂ ਉਹ ਤਾਂ ਹੈ ਹੀ ਪੁਲਿਸ ਸਟੇਟਸ ਨੇ ਸਾਰੀਆਂ। ਚਾਈਨਾ, ਇੰਡੀਆ, ਸਾਊਥ ਏਸ਼ੀਆ, ਸਾਰਾ ਏਸ਼ੀਆ ਦਾ ਖਿੱਤਾ ਸਾਰਾ ਦਾ ਸਾਰਾ ਤੁਸੀਂ ਦੇਖ ਲਓ। ਅਤੇ ਉੱਥੇ ਬੜੇ ਵੱਡੇ ਰਿਫੋਰਮਸ ਦੀ ਲੋੜ ਹੈਗੀ, ਅਤੇ ਉਹ ਰਿਫੋਰਮਸ ਜਿਹੜੇ ਨੇ, ਸੱਚਾਈ ਹੈ ਕਿਤੋਂ ਤਾਂ ਸ਼ੁਰੂਆਤ ਹੋਈ ਹੈ ਨਾ, ਇੱਥੋਂ ਸ਼ੁਰੂਆਤ ਹੋ ਰਹੀ ਹੈ। ਮਿਨੀਐਪਲਿਸ ਦੇ ਵਿੱਚ ਇਹ ਗੱਲ ਕੀਤੀ ਜਾ ਰਹੀ ਹੈ ਕਿ ਪੁਲਿਸ ਨੂੰ ਜਿਹੜਾ ਹੈਗਾ ਉਹਨੂੰ ਉਸ ਤਰੀਕੇ ਦੇ ਨਾਲ ਉਹਦੇ ਰੋਲ ਨੂੰ ਜਿਹੜਾ ਉਹਨੂੰ ਘਟਾਇਆ ਜਾਏ, ਉਹਦੇ ਰੋਲ ਨੂੰ ਪ੍ਰੋਪਰ ਤਰੀਕੇ ਨਾਲ ਲਿਆਂਦਾ ਜਾਏ। ਸੋ ਇਹਦੇ ਨਾਲ ਨਾਲ ਸੋਸ਼ਲ ਪ੍ਰੋਗਰਾਮਸ ਵਧਾਏ ਜਾਣ, ਕਿਉਂਕਿ ਸੁਸਾਇਟੀ, ਪੁਲਿਸ ਹੈ ਕਾਹਦੇ ਵਾਸਤੇ ਆ? ਕੋਈ ਬਾਹਰਲੇ ਐਨਮੀ ਵਾਸਤੇ ਨਹੀਂ। ਜਿਹੜੇ ਸੋਸ਼ਲ ਸਟਰਕਚਰ ਦੇ ਵਿੱਚ ਐਂਟੀ ਸੋਸ਼ਲ ਐਲੀਮੈਂਟਸ, ਹੁਣ ਇਹ ਐਂਟੀ ਸੋਸ਼ਲ ਐਲੀਮੈਂਟ ਪਰਿਵਾਰਾਂ ਦੇ ਵਿੱਚ ਬਾਗੀਪੁਣਾ ਹੁੰਦਾ ਆ। ਕਿਉਂ ਹੁੰਦਾ ਆ? ਕੁਝ ਨਾ ਕੁਝ ਤੇ ਹੈ। ਜੇ ਪਰਿਵਾਰ ਉਸ ਚੀਜ਼ ਨੂੰ ਕੰਸੀਡਰ ਕਰਨ ਸਾਰਿਆਂ ਦੇ ਵੈਲਫੇਅਰ, ਸਾਰਿਆਂ ਦੀ ਵੈਲਬੀਇੰਗ ਵਾਸਤੇ, ਫਿਰ ਇਹ ਹੈ ਕਿ ਬਹੁਤ ਜ਼ਿਆਦਾ ਸਟਰਗਲ ਨਹੀਂ ਕਰਨੀ ਪਏਗੀ। ਸੁਸਾਇਟੀ ਇਜ਼ ਅ ਕਾਈਂਡ ਆਫ ਬਿਗ ਫੈਮਿਲੀ। ਇਹਦੇ ਵਿੱਚ ਵੀ ਇਸੇ ਤਰੀਕੇ ਨਾਲ ਹੋਏਗਾ। ਹਰ ਇੱਕ ਸ਼ਖਸ ਦਾ ਆਪੋ ਆਪਣਾ ਰੋਲ ਹੈ, ਉਹਨੂੰ ਰੋਲ ਨੂੰ ਪਹਿਚਾਨਣ ਵਾਸਤੇ ਐਜੂਕੇਟ ਕਰੋ, ਤਾਲੀਮ ਦਿਓ, ਮੌਕੇ ਦਿਓ, ਸਭ ਬਰਾਬਰ ਉਸ ਰੂਪ ਦੇ ਅੰਦਰ। ਫਿਰ ਇਹ ਹੈ ਇਸ ਸੋਸ਼ਲ ਸਟਰਕਚਰ ਦੇ ਵਿੱਚ ਪੂਰਾ ਦਾ ਪੂਰਾ ਗਲੋਬ ਇੱਕ ਪਿੰਡ ਬਣ ਚੁੱਕਾ ਹੈਗਾ। ਕਿਹੜਾ ਮੁਲਕ ਕਿਹਦਾ ਆ, ਕਿਹੜੀ ਨੈਸ਼ਨੈਲਿਟੀ ਕਿਹਦੀ ਆ, ਕਿਹੜਾ ਖਿੱਤਾ ਕਿਹਦਾ, ਭਾਈ ਇਹ ਚੀਜ਼ਾਂ ਨਾ ਰਹਿ ਗਈਆਂ। ਵੈਨ ਵੀ ਆਰ ਟਾਕਿੰਗ ਅਬਾਊਟ ਮਲਟੀ ਨੈਸ਼ਨਲਸ, ਵੈਨ ਵੀ ਆਰ ਟਾਕਿੰਗ ਅਬਾਊਟ ਐਕਚੁਅਲੀ ਜਿਹੜਾ ਹੈਗਾ ਮਲਟੀ ਕਲਚਰਲਿਜ਼ਮ ਐਂਡ ਮਲਟੀ ਫੇਥ ਐਂਡ ਆਲ ਦੀਜ਼ ਥਿੰਗਸ, ਇਹ ਕੀ ਹੈ? ਇਹ ਬਾਊਂਡਰੀਜ਼ ਚੱਕੀਆਂ ਗਈਆਂ। ਇੱਕ ਕੰਪਨੀ ਹੈ, ਉਹ 50 ਮੁਲਕਾਂ 'ਚ ਕੰਮ ਕਰ ਰਹੀ ਹੈ। ਉਸ ਕੰਪਨੀ ਨੂੰ ਚਲਾਉਣ ਵਾਲੇ ਇੱਕ ਖਾਸ ਮੁਲਕ ਦੇ 50-100 ਵੱਧ ਲੋਕ ਹੈਗੇ ਨੇ। ਭਾਈ ਇਹ ਕਿਉਂ? ਸਾਰਿਆਂ ਨੂੰ ਰੋਲ ਮਿਲਣਾ ਚਾਹੀਦਾ। ਸੋ ਸਾਰਿਆਂ ਵਾਸਤੇ, ਕਿਉਂਕਿ ਇਟਸ ਕਾਈਂਡ ਆਫ, ਇਹ ਬਿਲਕੁਲ ਦੇਗ ਤੇਗ ਫਤਿਹ ਦੇ ਕੌਨਸੈਪਟ ਵਾਲੇ ਪਾਸੇ ਜਾ ਰਹੇ ਹਾਂ ਅਸੀਂ, ਜੇ ਸਹੀ ਰੂਪ ਵਿੱਚ ਦੇਖਿਆ ਜਾਏ ਤੇ। ਇਹ ਵੋਕੈਬਲਰੀ ਜਿਹੜੀ ਹੈ ਇਹ ਸਾਡੇ ਕੋਲ ਹੈ, ਇਹ ਕੌਨਸੈਪਟ ਵੀ ਹੈ, ਅਸੀਂ ਉਹਨੂੰ ਉਸ ਲੈਵਲ 'ਤੇ ਸ਼ੇਅਰ ਨਹੀਂ ਕੀਤਾ, ਅਸੀਂ ਉਹਦਾ ਐਕਸਪੋਜ਼ਰ ਨਹੀਂ ਦਿੱਤਾ। ਅਦਰਵਾਈਜ਼ ਚੀਜ਼ਾਂ ਤਾਂ ਐਗਜ਼ਿਸਟ ਕਰਦੀਆਂ ਸੀ। ਗੁਰੂ ਸਾਹਿਬ ਨੇ ਇਹੀ ਦੇਗ ਤੇਗ ਫਤਿਹ ਕੀਤੀ ਨਾ, ਵੀ ਜਿਹੜੀ ਦੇਗ ਆ,
ਅਸੀਂ ਕੜਾਹ ਪ੍ਰਸ਼ਾਦ ਨੂੰ ਕਹਿੰਦੇ ਹਾਂ। ਦੇਗ ਇਜ਼ ਦ ਸਿੰਬਲ ਆਫ ਸੋਰਸ ਆਫ ਹੋਲ ਵਰਲਡ। ਇਹ ਸਾਰੀ ਦੁਨੀਆ ਦੇ ਸੋਰਸ ਨੇ। ਇਹ ਪ੍ਰੋਪਰਲੀ ਡਿਸਟਰੀਬਿਊਟ ਹੋਣ ਇਹਦੇ ਉੱਤੇ ਉਸ ਕਿਸਮ ਦੀ ਤੇਗ ਇਜ਼ ਪਾਵਰ। ਜਦੋਂ ਪਾਵਰ ਪ੍ਰੋਪਰ ਹੋਏਗੀ, ਲੋਕਾਂ ਦੇ ਕੋਲ ਹੋਏਗੀ, ਲੋਕ ਸਾਰਿਆਂ ਦੇ ਉਸ ਸਾਂਝੀਵਾਲਤਾ ਦੇ ਕਨਸੈਪਟ ਨੂੰ ਲੈ ਕੇ ਚੱਲਣਗੇ ਉਸ ਤਰੀਕੇ ਨਾਲ, ਫਿਰ ਆਪਣੇ ਆਪ ਸੰਸਾਰ ਦੇ ਉੱਤੇ ਜਿਹੜੀ ਖਾਸ ਕਰਕੇ ਡਿਸਰੈਸਟ ਕਾਇੰਡ ਆਫ ਸਿਚੁਏਸ਼ਨ ਬਣਦੀ ਹੈ, ਜਿਹੜੀ ਰੈਸਟਲੈਸ ਸਿਚੁਏਸ਼ਨ ਬਣਦੀ ਹੈਗੀ ਹੈ, ਇਸ ਚੀਜ਼ ਨੂੰ ਅਸੀਂ ਜਿਹੜਾ ਹੈਗਾ ਥੋੜ੍ਹਾ ਇਹਦੇ 'ਚੋਂ ਬਾਹਰ ਆ ਸਕਾਂਗੇ, ਇਹਨੂੰ ਸੰਭਾਲ ਸਕਾਂਗੇ। ਖੈਰ, ਖੁਸ਼ੀ, ਸੁੱਖ, ਸਕੂਨ, ਚੜ੍ਹਦੀ ਕਲਾ, ਸਭ ਚੀਜ਼ਾਂ ਇਹਦੇ ਸਾਰਿਆਂ ਦੇ ਪਿੱਛੇ ਜਿਹੜਾ ਸੋਰਸ ਆ ਉਹ ਅਕਾਲ ਪੁਰਖ ਵਾਹਿਗੁਰੂ ਦਾ ਭੈ, ਉਹਦਾ ਨਾਮ ਅਤੇ ਉਹਦੀ ਵਡਿਆਈ ਹੈ। ਲਿਟਰਲੀ ਤੌਰ 'ਤੇ ਮੈਂ ਬਾਤ ਪ੍ਰਾਰੰਭ ਕੀਤੀ ਸੀ ਕਿ ਮੈਡੀਵਲ ਪੀਰੀਅਡ ਦੇ ਵਿੱਚ ਜਦੋਂ ਲੋਕਾਂ ਨੂੰ ਨਾ ਹਿਊਮਨ ਰਾਈਟਸ ਦਾ ਪਤਾ ਆ, ਨਾ ਇਹਨਾਂ ਚੀਜ਼ਾਂ ਦੇ ਬਾਬਤ, ਹਾਂ ਇੱਕ ਚੀਜ਼ ਰੱਬ ਦਾ ਨਾਮ ਹੈ, ਮਹਾਰਾਜ ਨੇ ਉਹਨੂੰ ਉਸ ਤਰੀਕੇ ਨਾਲ ਲਿਆਂਦਾ। ਜੇ ਡੀਪ ਲੈਵਲ 'ਤੇ ਬਾਣੀ ਦੀ ਸਟੱਡੀ ਕਰੋਗੇ, ਗੱਲ ਉਹਨਾਂ ਸਾਰੇ ਗੁਣਾਂ ਦੀ ਹੈ ਜਿਨ੍ਹਾਂ ਗੁਣਾਂ ਦੇ ਉੱਤੇ ਰੱਬ ਦੀ ਤਸਵੀਰ ਖੜੀ ਹੈ। ਕਿਉਂਕਿ ਸਾਡੇ ਘਰ ਕੋਈ ਮੂਰਤੀ ਤੇ ਬਣਾਈ ਨਹੀਂ ਨਾ ਹੈਗੀ, ਕੋਈ ਸਟੈਚੂ ਵਰਸ਼ਿਪਿੰਗ ਤੇ ਹੈ ਨਹੀਂ ਗੀ। ਰੱਬ ਨਾ ਤੇ ਇੱਕ ਖਿਆਲ ਦੇ ਉਸ ਤਸਵੁਰ ਦਾ ਜਿਹਦੇ 'ਚੋਂ ਸਾਰੇ ਗੁਣਾਂ ਦਾ ਮਜਮਾ ਬਣਦਾ ਸਭ ਉਸ ਰੂਪ ਦੇ ਅੰਦਰ। ਇੱਥੇ ਗੁਰੂ ਅਰਜਨ ਸਾਹਿਬ ਬਿਆਨ ਕਰਦੇ ਨੇ, ਦਰਸ਼ਨ ਕੋ ਲੋਚਾ ਸਭ ਕੋਈ। ਉਹਦੇ ਦਰਸ਼ਨਾਂ ਨੂੰ ਹਰ ਕੋਈ ਲੋਚਦਾ ਹੈ। ਕੌਣ ਨਹੀਂ ਚਾਹੁੰਦਾ ਇੱਕ ਪ੍ਰੋਸਪਰ ਪਿਕਚਰ ਨੂੰ ਇੰਜੋਏ ਕਰਨਾ, ਸਕਸੈਸਫੁਲ ਲਾਈਫ ਉਹਦੇ ਨਾਲ ਉਹਨੂੰ ਯਾਦ ਕੀਤਾ ਜਾਏ, ਇੱਕ ਖੁਸ਼ਨੁਮਾ ਅਹਿਸਾਸ ਦੇ ਵਿੱਚ ਰਿਹਾ ਜਾਏ। ਇਹ ਸਭ ਚੀਜ਼ਾਂ ਦੀਦਾਰ ਹਰ ਕੋਈ ਲੋਚ ਰਿਹਾ। ਦਰਸ਼ਨ ਕੋ ਲੋਚਾ ਸਭ ਕੋਈ, ਪੂਰਾ ਭਾਗ ਪ੍ਰਾਪਤ ਹੋਈ। ਪਰ ਇਹ ਚੀਜ਼ ਹਾਰੀ ਸਾਰੀ ਨੂੰ, ਹਰ ਕਿਸੇ ਨੂੰ ਪ੍ਰਾਪਤ ਨਹੀਂ ਹੁੰਦੀ। ਪੂਰਾ ਭਾਗ, ਇੱਥੇ ਭਾਗ ਵੀ ਬੜਾ ਧਿਆਨ ਗੋਚਰੇ ਸ਼ਬਦ ਆ, ਬੜੀ ਇਹਦੀ ਸਿਗਨੀਫਿਕੇਸ਼ਨ ਹੈਗੀ ਏ। ਇਹਨੂੰ ਬਹੁਤੀ ਵਾਰੀ ਕਿਸਮਤ ਦੇ ਨਾਲ ਅਸੀਂ ਰਿਲੇਟ ਕਰਦੇ ਹਾਂ। ਸਮਟਾਈਮ ਪੀਪਲ ਸੇ ਉਹ ਫਲਾਂ ਬੰਦਾ ਨਹੀਂ, ਦੈਟ ਗਾਇ ਵਾਜ਼ ਸੋ ਲੱਕੀ, ਦੈਟ ਪਰਸਨ ਵਾਜ਼ ਸੋ ਲੱਕੀ, ਦੈਟਸ ਵਾਈ he or she get that advantage or that chance and that kind of success। ਇਹੋ ਜਿਹੀਆਂ ਗੱਲਾਂ ਅਸੀਂ ਕਰਦੇ ਹਾਂ। ਦਾਨਿਸ਼ਮੰਦਾਂ ਨੇ ਲੱਕ ਨੂੰ ਵੀ ਇੱਕ ਤਰ੍ਹਾਂ ਬੜਾ ਵਧੀਆ ਡਿਫਾਈਨ ਕੀਤਾ ਹੈ ਵੀ when we spell word luck, LUCK, ਉਹਨਾਂ ਨੇ ਦੀ ਐਕਸਪਲੇਨੇਸ਼ਨ ਇਸ ਤਰ੍ਹਾਂ ਕੀਤੀ ਵੀ labor under correct knowledge, LUCK, is luck। ਜਦੋਂ ਪ੍ਰੋਪਰ ਜਾਣਕਾਰੀ ਦੇ ਅੰਦਰ ਤੁਸੀਂ ਪ੍ਰੋਪਰ ਮੁਸ਼ੱਕਤ ਕਰਨੀ ਸਿੱਖ ਜਾਂਦੇ ਹੋ ਸਹੀ ਤਰੀਕੇ ਦੇ ਨਾਲ, ਚੀਜ਼ਾਂ ਆਪਣੇ ਆਪ ਸਹੀ ਫੈਟਣੀਆਂ ਸ਼ੁਰੂ ਹੋ ਜਾਂਦੀਆਂ ਨੇ। ਜਿੱਥੇ ਇਨਫੋਰਮੇਸ਼ਨ ਦੀ ਲੈਕਿੰਗ ਆ, ਉਹਦੇ ਸਦਕਾ ਬੰਦੇ ਨੂੰ ਕੋਈ ਪਲਾਨਿੰਗ ਨਹੀਂ ਹੋ ਰਹੀ, ਟ੍ਰੇਨਿੰਗ ਨਹੀਂ ਹੋ ਰਹੀ, ਰਿਸੋਰਸਿਸ ਨਹੀਂ ਬਿਲਡ ਹੋ ਰਹੇ, ਫਿਰ ਫਰਸਟ੍ਰੇਸ਼ਨ ਆ। ਸਪਿਰਿਚੁਅਲ ਸਾਈਡ 'ਤੇ ਵੀ ਇਹ ਹੈ ਕਿ ਆਪਣੇ ਆਪ ਨੂੰ ਜੇ ਤੁਸੀਂ ਸਹੀ ਤਰੀਕੇ ਨਾਲ ਅੰਗੇਜ ਕਰੋਗੇ, ਗੁਰੂ ਉਪਦੇਸ਼ਾਂ ਦੇ ਨਾਲ ਚੀਟ ਨਹੀਂ ਕਰੋਗੇ, ਹਿਪੋਕ੍ਰੇਸੀ ਨਹੀਂ ਹੋਏਗੀ, ਰਾਹ ਵੀ ਸਹੀ ਫੜੋਗੇ। ਐਸਾ ਹੋ ਨਹੀਂ ਸਕਦਾ ਕਰਤਾ ਤੁਹਾਨੂੰ ਇਨਲਾਈਟਡ ਨਾ ਕਰੇ। ਯੂ ਕੈਨ ਇੰਜੋਏ ਦ ਇਨਲਾਈਟਮੈਂਟ, ਸਪੈਸ਼ਲੀ ਉਹ ਗੁਰਸਿੱਖੀ ਦਾ ਰੰਗ ਤੁਸੀਂ ਮਾਣ ਸਕੋਗੇ। ਅਤੇ ਸਾਡੇ ਪੁਰਖਿਆਂ ਨੇ, ਸਾਡੇ ਬਜ਼ੁਰਗਾਂ ਨੇ, ਸਭ ਨੇ ਮਾਣਿਆ। ਮਹਾਰਾਜ ਨੂੰ ਬਿਆਨ ਕਰਦੇ ਪੂਰਾ ਭਾਗ। ਇੱਥੇ ਭਾਗ ਦਾ ਮਤਲਬ ਹਿੱਸੇਦਾਰੀ ਲੈ ਲਓ, ਭਾਗੀਦਾਰ ਹੋਣਾ ਕਿਸੇ ਚੀਜ਼ ਦਾ, ਹਿੱਸੇਦਾਰ ਹੋਣਾ, ਪਾਰਟੀਸਪੇਟ ਕਰਨਾ। ਜੇ ਪ੍ਰੋਪਰ ਪਾਰਟੀਸਪੇਸ਼ਨ ਹੀ ਨਹੀਂ ਕਿਸੇ ਚੀਜ਼ ਦੇ ਵਿੱਚ, ਹਾਲਾਂਕਿ ਮੈਂ ਇਸ ਨੂੰ ਰੂਲ ਆਊਟ ਨਹੀਂ ਕਰਦਾ ਕਿ ਜਿਹੜਾ ਉਸ ਕਿਸਮ ਦਾ ਫੋਰਚੂਨੇਟ ਕੰਮ ਕਰਦਾ ਜਾਂ ਪੁਰਾਣੇ ਸੰਸਕਾਰ ਕੰਮ ਕਰਦੇ ਨੇ, ਇਹਦੇ ਬਾਰੇ ਬਾਤ ਹੋ ਸਕਦੀ ਕਾਫੀ ਡੀਪ ਐਂਗਲ ਤੋਂ ਕਿਸੇ ਦਿਨ। ਫਿਰ ਅੱਜ ਕਿਉਂਕਿ ਸ਼ਬਦ ਮੇਰਾ ਉਹਦੇ 'ਤੇ ਅਸੀਂ ਫੋਕਸ ਕਰਨਾ ਹੈ। ਪਰ ਇਹ ਹੈ ਕਿ ਜਦੋਂ ਬੰਦਾ ਆਪਣੀ ਹਿੱਸੇਦਾਰੀ ਪ੍ਰੋਪਰ ਪਾਉਣ ਲਈ ਤਿਆਰ ਹੋ ਜਾਏ ਤੇ ਮਹਾਰਾਜ ਕਹਿੰਦੇ ਪ੍ਰਾਪਤ ਹੋਈ, ਫਿਰ ਪ੍ਰਾਪਤ ਹੋ ਜਾਂਦਾ ਉਹ ਦਰਸ਼ਨ, ਉਹ ਖੁਸ਼ਨੁਮਾ ਤਸਵੀਰ ਕੰਪਲੀਟ ਹੋ ਜਾਂਦੀ ਹੈ। ਰਹਾਓ ਸਿਆਮ ਸੁੰਦਰ ਤਜ ਨੀਂਦ ਕਿਉਂ ਆਈ। ਬੰਦਾ ਕਹਿੰਦੇ ਸੋ ਗਿਆ ਆ, ਅਨਅਵੇਅਰ ਆ ਆਪਣੀ ਹੋਣੀ ਬਾਰੇ, ਈਵਨ ਜੋ ਕੁਝ ਪੋਸੀਬਲ ਆ ਇਸ ਲਾਈਫ ਦੇ ਵਿੱਚ, ਬੰਦਾ ਆਪਣੀਆਂ ਪੋਸੀਬਿਲਿਟੀਜ਼ ਨੂੰ ਇੰਜੋਏ ਨਹੀਂ ਕਰ ਪਾ ਰਿਹਾ। ਉਹਨਾਂ ਨੂੰ ਜਿਹੜਾ ਪੋਸੀਬਿਲਿਟੀ ਦਾ ਥ੍ਰੈਸ਼ਹੋਲਡ ਆ ਨਾ, ਉਹਨੂੰ ਟੱਚ ਨਹੀਂ ਕਰ ਪਾ ਰਿਹਾ। ਦਾਨੇ ਲੋਕ ਕਹਿੰਦੇ ਨੇ ਸਕਾਈ ਇਜ਼ ਦ ਲਿਮਿਟ। ਮਤਲਬ ਕੋਈ ਕੌਣ ਰੋਕ ਰਿਹਾ ਆ? ਕਿੰਨੇ ਰੋਕਿਆ ਸਾਨੂੰ ਕੁਝ ਬਣਨ ਤੋਂ, ਕੁਝ ਹੋਣ ਤੋਂ, ਕਿਤੇ ਪਹੁੰਚਣ ਤੋਂ? ਮਾਫੀ ਮੰਗਾਂਗਾ ਮੈਂ,
पर जिस इस लैवल ते देखो कि पहला हर्डल की है तुहानू किसी पासे पहुँचण तो तुहाडा अपना दलिद्र, लेजीनेस। बंदा मुशक्ति नहीं, मेहनती नहीं, की करोगे तुसीं? फिर लोग कई लोग कहते नहीं नहीं फलां बंदा बड़ी मेहनत करता है। मैं क्या करैक्ट नॉलेज, उमरां लग जांदियां इनफॉर्मेशन जनरेट करदे, इनफॉर्मेशन गैदर करदे। कई बार हुंदा बंदे ने काम तो बहुत जल्दी हो जाता जे प्रॉपर उस तरीके की ट्रेनिंग, नॉलेज, सब चीज़ां आ जाण। ये है मुशक्कत नूं सही डायरैक्शन में लैके जाना। लेजी, दलिद्रता। समा जा रहा, मैं समाप्ति करनी है, 5-7 मिनट ने, बचन दे अर्थ करने ने। मैं कई बार पढ़दा, स्कॉलर्स नूं पढ़ो, खलील जिब्रान, उन्होंने किसी ने पूछा सीगा, खलील किसी नूं जे सब तो वड्डा कोई अभिशाप देना हो, जिन्होंने असीं कहने भी इफ वी रियली वांट टू see someone under big curse, what would be that? की होएगा वो कर्स? सब तो बड़ा श्राप की है किसी वास्ते? उन्हें क्या बड़ा सोच के कहंदा है, सब तो बड़ा संत जिहड़ा हैगा किसी वास्ते श्राप ये बहुत आ, उन्होंने कह दियो तेनों दलिद्र पै जाए, बस दैट्स एनफ। बस ये दलिद्रता तो बड़ा अभिशाप कोई नहीं धरती दे उत्ते। दलिद्र बंदे दी हर चीज, पैसा, सरमाया, घर, कारोबार, सोशल, पोलिटिकल, हर तरह की चीज खत्म हो जाती है। क्योंकि दलिद्रता सब, इस तो वड्डी अलामत कोई नहीं। मैं कली की बात कर रहा, इस तो कि होर बहुत सारिया वीकनेसिस ने। रोग कौन रहा है? गुरमत ज्ञान, रब दी लो, जिहड़ा है ही पुरुषार्थी, जिहड़ा आप क्रिएटर आ, हर वक्त सिरजना कर रहा, हर वक्त सिरजना कर रहा, जिहड़ा उहदे नाल जुड़ेगा उहदी सिरजना किवें बंद हो जाएगी? वो क्यों न सुरजीत होएगा, सिरजना करने वाला होएगा। महाराज विच बयान करते हैं कि वो भले बंदे, श्याम सुंदर, इतनी कमाल दी खूबसूरत तस्वीर, इनू क्यों क्यों वसार दिता तू? जिहड़ी तेरी जिंदगी नू सही रूप में ग्लोरीफाई करने वाली, चमकाउण वाली, ब्यूटी देने वाली चीज सीगी, रब ते रब दी लो ते ओदी आस्था ते गुण जिहड़े सीगे, क्यों वसारते तू क्यों अनअवेयर हो गया इस पासे तो? श्याम सुंदर तज नींद क्यों आई, महामोहनी दूतां लाई। जिस चीज के मगर भज रहे हैं तू, बंदा चाह रहा है शोभा मिले बट करना कुछ ना पे। माफी मंगना फिर चेते रखियो जे बिना कीतिया, बिना तुहाडी मुशक्कत तो तुहानू कुछ मिल भी गया ना, वो खुशी ना देगा। नकलां मार के, चोरी करके, कुछ इस किस्म दी चीज़ां करके जिहड़े लोग प्राप्त कर लेंदे ने, ता उम्र डर, सहम ते गिल्ट च जिउंदे ने, पल्ले कुछ नहीं होता। खुशी वही है, अधूरी नहीं, मंगी हुई नहीं, चुराई हुई नहीं, अपनी। श्याम सुंदर तज नींद क्यों आई, महामोहनी दूतां लाई। पर जिहड़े अंदर दूत बैठे ने ना, वकार, वो कहंदे हू केयर, सिर्फ महामोहनी, वो पिक्चर पूरी होनी चाहिए, वो माया का इल्यूजन जिहड़ा है उहदे मगर भज रहा बंदा भी मैं पकड़ लवां, झूठ सच जो मर्जी हो जाए, हू केयर। अगला बचन है, प्रेम बिछोहा करत कसाई। जे कोई इस राह ते तुरदा भी है, उमरां लंघ जांदियां प्रेमा भगती दे विच, ते बहुती बारी तस्वीर पूरी नहीं होंदी। ये भी एक सच है। असीं ते भगत फरीद जी के बचनों को पढ़ते हैं बाणी दे विच, उन्हां बारे कहा जाता है कि उन्होंने बचपन तो माँ ने गुड़ का लालच दे दे के इबादत सिखाई। माँ ने बड़ा प्रेर के इबादत वाले पासे तोरिया उन्होंने।
तो उन्होंने श्लोकां 'च असीं पढ़दे हां कि बुढ़ा होवा शेख फरीद कंबण लगी देह, जदों बुढेरी उम्र हो गई, बुढ़ा हो गया, उत्थे जाकर उन्होंने बयान किया, कहते कि हालत ये है कि जिहड़ा ये शरीर है जर्जरा हो चुका है, तो ये हालत बन गई है भी हुण तलियां चूंड है काग, अजों सो रब न बहुड़िया देख बंदे के भाग। मतलब ये कि कागा करंग ढंडोलिया, सगला खाया मास, काल रूप कां ने सब खा लिया। तो ये नहीं मैं आसवंद नहीं, आस अजे भी है, ये दोए नैना मत छूहो फिर देखने की आस। पर मैं भी सच दसदा हां, शरीर बुढ़ा खीण हो गया, उम्र दराज हो गया, अजों सो रब ना बहुड़िया, अजे बहुड़ी नहीं हुई। ये भी सच्चाई है। बंदे की जिहड़ी आइडियल पिक्चर है, तो ये चीज़ है कि जिहड़ी संतुष्टि है इस राह दे उत्ते तुरन दी संतुष्टि है, जिहड़ी मंजिले मकसूद आ वो तो कोई भी हो सकती है। किसी दी ये है कि आई रियली वांट टू सी माई सेल्फ एज ए सचियार, इंजॉय वननेस विद ओंकार साहब, वड्डा रंग आ पर लगा इस पास। सब ने बयान किया प्रेम बिछोहा करत कसाई। कसाई के टीकेकार ने अर्थ कई जगह पर मांस कट्टन वाला जोड़ा होंदा है वो कीते ने, कई जगह के उत्ते उन्होंने कहा कि जिन्हें बिल्कुल मैनू साह ही नहीं लैन देंदा, मैनू बिल्कुल कस्या होया हर वक्त, मतलब आई एम नॉट एबल टू ब्रीथ प्रॉपरली, भाव मैनू हर वक्त वह विछोड़ा तड़पाउंदा है। प्रेम बिछोहा करत कसाई, निर्दय जंत तिस दया ना पाई। कैसा निर्दयी है विछोड़ा, एक पल भी छड्ड के नहीं जाता मेरे ते उस मेरी मंजिल के दरमियान विचकार खाई पट्टी जा रहा। अगला बचन लिखा है अनेक जन्म बीतियन परमाई। बाकी खेड़ एक इस जीवन की नहीं है, यहो जिहे जीवन पता नहीं किन्ने लंघ गए तो किन्ने अजे आने ने। क्या अनेक जन्म बीतियन परमाई, कर वास ना देवै दुत्तर माई। अज भी हालत ये है, वो हिरदे घर च ही, कि बाहर तो है नहीं गा, पर जिहड़ी वो माई है वो माया आ, जिहड़ी भरमाण वाली शक्ति है वो मन नूं घर टिकण ही नहीं देंदी, वो निज घर च आउंदा ही नहीं कदे, वो बाहर ही भटकदा फिरदा है। मेरी हालत ये बन गई है। कर वास ना देवै दुत्तर माई, दिन रैन अपना किया पाई। किसी का दोष नहीं मैं दे सकता, अपने कीते नूं पा रहा हूं। ये गुरु ग्रंथ साहब आ जिहड़ा कह रहा है शीशा वेख मन नूं, वो मना किसे वल तू उंगली ना चक। दिन रहन अपना किया पाई, किस दोष न दीजै। किरत भवाई, ते किरत है बनया होया सबा, कसब ईडियम। अज जो कर रहे हैं ये कल नूं फल देगा। बंदा अज चंगा नहीं करना चाहता, कल का फल चंगा लोचदा आ, किवें हो सकता है? अज चंगा करने वास्ते क्या जाता है, तो चंगा करना की है। सपोज करो आ टाइम चल रहा, समर शुरू हुई है, गार्डन वगैरह लाने दी गल्लां हो रही ने, जिन्हें धुप पै रही अज बंदा बाहर निकलता कहता सिर दुखदा, छड्ड पर अंदर बहने ऐसी च की लोड़ आ भाई। हुण बाहर निकलेगा, गोडी करेगा, बूटे लाएगा, फल लाएगा, सवेरे शाम पानी देगा, केयर करेगा। जे कोई उस रूप दे विच कोई जिहड़ा हैगा कोई जानवर वगैरह कोई बूटा खांदा, उहदे वास्ते कोई वाड़ लिया के लाएगा। इफ यू डू ऑल दैट लेबर दैन डेफिनेटली महीने डेढ़ महीने तक गार्डन के कुछ टमाटर उतरनगे, किसी किस्म मतलब ये सब चीज़ां आउणगियां, फिर बंदा महसूस करेगा वाह भाई भाई ये वास्ते जो पहला किया सी उहदा फल मिल रहा है। बस ये होया जे चाहते आने वाला समा वडियाई वाला होए, गुणा वाला होए, सुख वाला होए, भाई मुशक्कत पा। सब ने क्या किस दोष न दीजै किरत पवाई, सुन साजन संत जन पाई। ओ संत जन, ओ मेरे सज्जन, ओ मेरे वीर, ये बात बड़े ध्यान नाल सुन। चरण शरण नानक गत पाई। नानक कह रहा है मेरी भी गत ओदी चरण शरण पै के हुई है, उस दर्शन नूं जिन सारी संसार लोच रहा है। अकाल पुरख वाहिगुरू जी दी आभा साडे जीवन नूं मंडित करे, साडे जीवन नूं सरशार करे, साडे जीवन नूं शोभा नाल भर दे। ये महाराज के चरणों च दिली अरदास है। ये नाल ही सानू सब सुकून, सब
शांति सब टिका मिल सकता आ। इन्नियां बिनतियां नाल ही खिमा चाहना वा। इत्थे समाप्ति। वाहिगुरू जी का खालसा, वाहिगुरू जी की फतेह।